ਦੋਸਤੋ, ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪੰਜਾਬ ਐਗਜ਼ਾਮ ਵਾਰੀਅਰ ਦੇ ਉੱਤੇ। ਦੋਸਤੋ, ਜਿਸ ਟੌਪਿਕ ਬਾਰੇ ਅੱਜ ਆਪਾਂ ਚਰਚਾ ਕਰਨ ਜਾ ਰਹੇ ਹਾਂ ਉਸ ਟੌਪਿਕ ਦਾ ਨਾਮ ਹੈ ਪਾਰਲੀਮੈਂਟਰੀ ਸਿਸਟਮ। ਸਾਨੂੰ ਸਭ ਤੋਂ ਪਹਿਲਾਂ ਇਹ ਪਤਾ ਹੋਣਾ ਚਾਹੀਦਾ ਕਿ ਪਾਰਲੀਮੈਂਟਰੀ ਸਿਸਟਮ ਹੁੰਦਾ ਕੀ ਹੈ, ਇਹਦੀਆਂ ਵਿਸ਼ੇਸ਼ਤਾਵਾਂ ਕੀ ਨੇ। ਪੰਜਾਬੀ ਦੇ ਵਿੱਚ ਇਹਨੂੰ ਅਸੀਂ ਸੰਸਦੀ ਸਰਕਾਰ ਬੋਲਦੇ ਹਾਂ। ਇਹ ਸਭ ਜਾਣਨ ਲਈ ਅਸੀਂ ਇਸ ਵੀਡੀਓ ਦੇ ਵਿੱਚ ਕੋਸ਼ਿਸ਼ ਕਰਾਂਗੇ, ਤਾਂ ਤੁਸੀਂ ਨੇ ਇਸ ਵੀਡੀਓ ਨੂੰ ਬਿਲਕੁਲ ਅਖੀਰ ਤੱਕ ਜ਼ਰੂਰ ਦੇਖਣਾ। ਸੋ ਦੋਸਤੋ, ਸ਼ੁਰੂ ਕਰਦੇ ਹਾਂ ਆਪਾਂ ਅੱਜ ਦੀ ਇਹ ਵੀਡੀਓ। ਤੁਸੀਂ ਇੱਥੇ ਇੱਕ ਡਾਇਗਰਾਮ ਦੇਖ ਰਹੇ ਹੋਗੇ। ਡਾਇਗਰਾਮ ਦੇ ਵਿੱਚ ਕੀ ਹੈ ਕਿ ਜਿਹੜੀ ਸਾਡੀ ਲੋਕਤੰਤਰੀ ਸਰਕਾਰ ਹੈ, ਇਹਦੀਆਂ ਦੋ ਕਿਸਮਾਂ ਨੇ। ਇੱਕ ਤਾਂ ਸਾਡੀ ਪਾਰਲੀਮੈਂਟਰੀ ਗੌਰਮੈਂਟ ਹੁੰਦੀ ਹੈ, ਇੱਕ ਸਾਡੀ ਪ੍ਰੈਜ਼ੀਡੈਂਸ਼ੀਅਲ ਗੌਰਮੈਂਟ ਹੁੰਦੀ ਹੈ। ਜਿਹੜੀ ਪਾਰਲੀਮੈਂਟਰੀ ਗੌਰਮੈਂਟ ਹੈ, ਇੱਕ ਰਿਸਪੌਂਸੀਬਲ ਗੌਰਮੈਂਟ ਹੁੰਦੀ ਹੈ, ਅਤੇ ਜਿਹੜੀ ਸਾਡੀ ਪ੍ਰੈਜ਼ੀਡੈਂਸ਼ੀਅਲ ਗੌਰਮੈਂਟ ਹੁੰਦੀ ਹੈ ਇਹ ਨੋਨ ਰਿਸਪੌਂਸੀਬਲ ਹੁੰਦੀ ਹੈ। ਹੁਣ ਇੱਥੇ ਰਿਸਪੌਂਸੀਬਲ ਗੌਰਮੈਂਟ ਤੋਂ ਸਾਡਾ ਕੀ ਭਾਵ ਹੈ? ਰਿਸਪੌਂਸੀਬਲ ਗੌਰਮੈਂਟ ਤੋਂ ਭਾਵ ਇਹ ਹੈ ਕਿ ਜਿਹੜੇ ਵੀ ਕਾਰਜਪਾਲਿਕਾ ਦੁਆਰਾ ਕਾਰਜ ਕੀਤੇ ਜਾਂਦੇ ਨੇ ਉਹਨਾਂ ਪ੍ਰਤੀ ਉਹ ਵਿਧਾਨ ਪਾਲਿਕਾ ਨੂੰ ਜਵਾਬਦੇਹ ਹੁੰਦੀ ਹੈ। ਦੂਜੀ ਕਿਸਮ ਜਿਹੜੀ ਸਾਡੀ ਹੈ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਗੌਰਮੈਂਟ ਹੈ, ਜਿਹੜੀ ਇਹਨੂੰ ਨੋਨ ਰਿਸਪੌਂਸੀਬਲ ਅਸੀਂ ਕਿਉਂ ਕਹਿੰਦੇ ਹਾਂ? ਕਿਉਂਕਿ ਇਹਦੇ ਵਿੱਚ ਜਿਹੜੇ ਵੀ ਪ੍ਰੈਜ਼ੀਡੈਂਟ ਦੁਆਰਾ ਨਿਰਣਾ ਲਏ ਜਾਂਦੇ ਨੇ ਉਹਨਾਂ ਪ੍ਰਤੀ ਉਹ ਕਿਸੇ ਨੂੰ ਵੀ ਜਵਾਬਦੇਹ ਨਹੀਂ ਹੁੰਦਾ। ਜਾਂ ਆਪਾਂ ਕਹਿ ਸਕਦੇ ਹਾਂ ਕਿ ਜਿਸ ਤਰ੍ਹਾਂ ਸਾਡੀ ਕਾਰਜਪਾਲਿਕਾ ਜਵਾਬਦੇਹ ਹੈ, ਉਸੇ ਤਰ੍ਹਾਂ ਜਿਹੜਾ ਪ੍ਰੈਜ਼ੀਡੈਂਸ਼ੀਅਲ ਫਾਰਮ ਦੇ ਵਿੱਚ ਆ ਉਹ ਬਿਲਕੁਲ ਇਹਦੇ ਉਲਟ ਹੈ। ਨੈਕਸਟ ਅਸੀਂ ਗੱਲ ਕਰਦੇ ਹਾਂ ਕਿ ਪਾਰਲੀਮੈਂਟਰੀ ਫਾਰਮ ਆਫ ਗੌਰਮੈਂਟ ਦੇ ਵਿੱਚ ਕੀ ਹੁੰਦਾ ਹੈ। ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਅਸੀਂ ਭਾਰਤ ਦੇ ਵਸਨੀਕ ਹਾਂ ਅਤੇ ਸਾਡੇ ਕਿਹੜੀ ਕਿਸਮ ਦੀ ਗੌਰਮੈਂਟ ਕਾਰਜ ਕਰਦੀ ਹੈ। ਤਾਂ ਸਾਡਾ ਜਿਹੜਾ ਸੰਵਿਧਾਨ ਹੈ, ਸਾਡੇ ਸੰਵਿਧਾਨ ਦੇ ਵਿੱਚ ਪਾਰਲੀਮੈਂਟਰੀ ਫਾਰਮ ਹੈ ਜਿਹੜੀ ਗੌਰਮੈਂਟ ਦੀ, ਇਹਨੂੰ ਅਪਣਾਇਆ ਗਿਆ ਦੋਨੇ ਲੈਵਲ 'ਤੇ, ਕਿਉਂਕਿ ਦੋ ਕਰੈਕਟਰ ਇਹਦੇ ਵਿੱਚ ਸਾਨੂੰ ਹੋਣੇ ਲਾਜ਼ਮੀ ਨੇ, ਸੈਂਟਰ ਦਾ ਅਤੇ ਸਟੇਟ ਦਾ। ਸਾਡੇ ਕੋਲ ਆਰਟੀਕਲ 74 ਅਤੇ 75 ਦੇ ਵਿੱਚ ਜਿਹੜੀ ਪਾਰਲੀਮੈਂਟਰ ਸਿਸਟਮ ਹੈ ਉਹ ਕੇਂਦਰ ਦੇ ਵਿੱਚ ਲਾਗੂ ਕੀਤਾ ਗਿਆ, ਅਤੇ ਆਰਟੀਕਲ 163 ਅਤੇ 164 ਦੇ ਅਧੀਨ ਜਿਹੜਾ ਸਾਡੇ ਸਟੇਟਾਂ ਦੇ ਵਿੱਚ ਪਾਰਲੀਮੈਂਟਰੀ ਫਾਰਮ ਹੈ ਗੌਰਮੈਂਟ ਦੀ, ਉਹਨੂੰ ਲਾਗੂ ਕੀਤਾ ਗਿਆ। ਇਸ ਤੋਂ ਬਾਅਦ ਇਹਨੂੰ ਕੈਬਨਿਟ ਗੌਰਮੈਂਟ ਵੀ ਬੋਲਿਆ ਜਾਂਦਾ, ਰਿਸਪੌਂਸੀਬਲ ਗੌਰਮੈਂਟ ਵੀ ਬੋਲਿਆ ਜਾਂਦਾ, ਅਤੇ ਬੈਸਟ ਮਿਨਿਸਟਰ ਮਾਡਲ ਆਫ ਗੌਰਮੈਂਟ ਵੀ ਬੋਲਿਆ ਜਾਂਦਾ। ਕੈਬਨਿਟ ਗੌਰਮੈਂਟ ਤੋਂ ਭਾਵ ਕੀ ਹੈ ਕਿ ਜਿਹੜੇ ਫੈਸਲੇ ਜਿਹੜੀ ਸਰਕਾਰ ਦੇ ਵਿੱਚ ਜਿਹੜੇ ਫੈਸਲੇ ਨੇ ਉਹ ਕੈਬਨਿਟ ਦੁਆਰਾ ਲਏ ਜਾਂਦੇ ਨੇ ਮੋਸਟਲੀ, ਤਾਂ ਉਹਨੂੰ ਅਸੀਂ ਕੈਬਨਿਟ ਗੌਰਮੈਂਟ ਬੋਲਦੇ ਹਾਂ। ਦੂਜੀ ਜਿਹੜੀ ਆਪਾਂ ਗੱਲ ਕਰ ਚੁੱਕੇ ਹਾਂ ਕਿ ਰਿਸਪੌਂਸੀਬਲ ਗੌਰਮੈਂਟ ਤੋਂ ਭਾਵ ਕੀ ਹੈ ਕਿ ਕਾਰਜਪਾਲਿਕਾ ਆਪਣੇ ਕੀਤੇ ਗਏ ਕਾਰਜਾਂ ਪ੍ਰਤੀ ਜਵਾਬਦੇਹ ਆ। ਤੀਜਾ ਸਾਡੇ ਕੋਲ ਜਿਹੜਾ ਕਨਸੈਪਟ ਆ ਉਹ ਹੈ ਬੈਸਟ ਮਿਨਿਸਟਰ ਮਾਡਲ ਆਫ ਗੌਰਮੈਂਟ ਦਾ। ਇਹਨੂੰ ਬੈਸਟ ਮਿਨਿਸਟਰ ਮਾਡਲ ਕਿਉਂ ਕਿਹਾ ਜਾਂਦਾ ਹੈ? ਕਿਉਂਕਿ ਜਦੋਂ ਆਪਾਂ ਦੇਖਦੇ ਹਾਂ ਕਿ ਬਹੁਤ ਸਾਰੀਆਂ ਮਤਲਬ ਆਪਾਂ ਗੱਲਾਂ ਨੇ ਜਿਹੜੀਆਂ ਉਹ ਵੱਖ-ਵੱਖ ਸੰਵਿਧਾਨਾਂ ਤੋਂ ਅਸੀਂ ਨੇ ਕੀ ਕੀਤੀਆਂ ਨੇ, ਬੋਰੋ ਕੀਤੀਆਂ ਨੇ। ਤਾਂ ਜਿਹੜੀ ਸਾਡਾ ਪਾਰਲੀਮੈਂਟਰੀ ਫਾਰਮ ਹੈ ਗੌਰਮੈਂਟ ਦੀ, ਇਹ ਅਸੀਂ ਬ੍ਰਿਟੇਨ ਤੋਂ ਕਾਪੀ ਕੀਤੀ ਹੈ। ਤਾਂ ਅਸੀਂ ਜਿਹੜਾ ਬ੍ਰਿਟੇਨ ਆ, ਜਦੋਂ ਅਸੀਂ ਨਕਸ਼ਾ ਦੇਖਦੇ ਹਾਂ ਤਾਂ ਬ੍ਰਿਟੇਨ ਜਿਹੜਾ ਹੈ ਉਹ ਪੱਛਮ ਦੇ ਵਿੱਚ ਪੈਂਦਾ। ਇਸੇ ਕਰਕੇ ਪੱਛਮ ਦੇ ਵਿੱਚ ਜਿਹੜੀ ਫਾਰਮ ਚੱਲ ਰਹੀ ਸੀ ਉਹਦਾ ਜਿਹੜਾ ਮਾਡਲ ਆ ਉਹ ਬਾਕੀ ਦੇਸ਼ਾਂ ਦੇ ਵਿੱਚ ਆਉਂਦਾ, ਬੇਸ਼ੱਕ ਉਹ ਕੈਨੇਡਾ ਦੇ ਵਿੱਚ ਆਉਂਦਾ, ਬੇਸ਼ੱਕ ਉਹ ਇੰਡੀਆ ਦੇ ਵਿੱਚ ਆਉਂਦਾ, ਅਤੇ ਇਸੇ ਕਰਕੇ ਇਹਦਾ ਨਾਮ ਹੈ ਜਿਹੜਾ ਉਹ ਬੈਸਟ ਮਿਨਿਸਟਰ ਪੈਂਦਾ ਹੈਗਾ। ਬੈਸਟ ਮਿਨਿਸਟਰ ਮਾਡਲ ਤੁਸੀਂ ਸਮਝ ਗਏ ਹੋਣਗੇ ਕਿ ਜਿਹੜਾ ਬ੍ਰਿਟੇਨ ਆ, ਜਦੋਂ ਅਸੀਂ ਨਕਸ਼ੇ ਦੇ ਵਿੱਚ ਦੇਖਦੇ ਹਾਂ ਤਾਂ ਬੈਸਟ ਦੇ ਵਿੱਚ ਆਉਂਦਾ, ਇਸੇ ਕਰਕੇ ਉਹਨੂੰ ਬੈਸਟ ਮਿਨਿਸਟਰ ਮਾਡਲ ਹੈ ਜਿਹੜਾ ਗੌਰਮੈਂਟ ਦਾ ਉਹ ਬੋਲਿਆ ਜਾਂਦਾ ਹੈ। ਇਸ ਤੋਂ ਬਾਅਦ ਸਾਡੇ ਕੋਲ ਐਵਰਜੈਨਿੰਗ ਦੀ ਇੱਕ ਕੋਟੇਸ਼ਨ ਹੈ, ਉਹ ਕਹਿੰਦਾ ਕਿ ਪਾਰਲੀਮੈਂਟਰੀ ਸਿਸਟਮ ਕੀ ਇੱਕ ਕੈਬਨਿਟ ਸਿਸਟਮ ਹੈ, ਬਿਕੋਜ਼ ਦਾ ਕੈਬਨਿਟ ਇਜ਼ ਦਾ ਨਿਊਕਲੀਅਸ ਆਫ ਪਾਵਰ ਇਨ ਪਾਰਲੀਮੈਂਟਰੀ ਸਿਸਟਮ। ਕਿਉਂਕਿ ਜਿਹੜੀ ਸਾਡੀ ਸੰਸਦੀ ਸਰਕਾਰ ਹੈ, ਜੇ ਆਪਾਂ ਇਹਦਾ ਧੁਰਾ ਦੇਖ ਲਈਏ, ਇਹਦਾ ਧੁਰਾ ਜਾਂ ਆਪਾਂ ਕਹਿ ਲਈਏ ਇਹਦੀ ਜਿੰਦ ਜਾਨ ਹੈ ਜਾਂ ਇਹਦੀ ਰੀੜ੍ਹ ਦੀ ਹੱਡੀ ਹੈ, ਉਹ ਕੀ ਹੈ? ਕੈਬਨਿਟ ਹੈ। ਕਿਉਂਕਿ ਜਿੰਨੇ ਕੰਮ ਕਾਰਜ ਨੇ ਉਹ ਕੈਬਨਿਟ ਦੁਆਰਾ ਆਪਾਂ ਕਹਿ ਸਕਦੇ ਹਾਂ ਕੀਤੇ ਜਾਂਦੇ ਨੇ। ਕੈਬਨਿਟ ਦੁਆਰਾ ਕੋਈ ਜਿਹੜੀ ਪੋਲਿਸੀ ਹੈ ਉਹਨੂੰ ਲੈ ਕੇ ਆਉਣਾ, ਉਹਨੂੰ ਲਾਗੂ ਕਰਵਾਉਣਾ, ਸਾਰੇ ਜਿਹੜੇ ਕਾਰਜ ਨੇ ਉਹ ਸਾਡੇ ਕੈਬਨਿਟ ਥਰੂ ਹੁੰਦੇ ਨੇ। ਤਾਂ ਇਸੇ ਕਰਕੇ ਆਪਾਂ ਕਹਿੰਦੇ ਹਾਂ ਕਿ ਜਿਹੜਾ ਕੈਬਨਿਟ ਹੈ ਉਹ ਇੱਕ ਧੁਰੀ ਹੁੰਦਾ। ਤਾਂ ਇਸੇ ਕਰਕੇ ਐਵਰਜੈਨਿੰਗ ਹੈ ਜਿਹੜਾ ਪਾਰਲੀਮੈਂਟਰੀ ਸਿਸਟਮ ਨੂੰ ਉਹ ਇੱਕ ਕੈਬਨਿਟ ਸਿਸਟਮ ਬੋਲਦਾ, ਕਿ ਜਿਹੜੀ ਸਾਰੀ ਐਨਰਜੀ ਦਾ ਫਲਾਅ ਹੈ ਜਿਹੜਾ ਪੂਰਾ ਆਪਾਂ ਕਹਿ ਸਕਦੇ ਹਾਂ, ਜਿਸ ਤਰ੍ਹਾਂ ਧਰਤੀ ਆਪਣੀ ਧੁਰੀ ਦੁਆਲੇ ਘੁੰਮਦੀ ਹੈ, ਤਾਂ ਜਿਹੜਾ ਸਾਡਾ ਪਾਰਲੀਮੈਂਟਰੀ ਸਿਸਟਮ ਹੈ ਉਹ ਪੂਰਾ ਕਿਹਦੇ ਦੁਆਲੇ ਘੁੰਮਦਾ ਹੈਗਾ? ਉਹ ਸਾਡੇ ਕੈਬਨਿਟ ਸਿਸਟਮ ਦੇ ਆਲੇ ਦੁਆਲੇ ਘੁੰਮਦਾ ਹੈਗਾ। ਇਸ ਤੋਂ ਬਾਅਦ ਆਪਾਂ ਇਹਦੇ ਫੀਚਰਸ ਦੀ ਗੱਲ ਕਰਦੇ ਹਾਂ। ਸਾਡੇ ਕੋਲ ਸਭ ਤੋਂ ਜਿਹੜਾ ਪਹਿਲਾ ਪੁਆਇੰਟ ਆਉਂਦਾ ਹੈ ਉਹ ਹੈ ਕਿ ਨੋਮੀਨਲ ਐਂਡ ਰੀਅਲ ਐਗਜ਼ੀਕਿਊਟਿਵਸ। ਨੋਮੀਨਲ ਐਂਡ ਰੀਅਲ ਐਗਜ਼ੀਕਿਊਟਿਵ ਇਹਦਾ ਕੰਸੈਪਟ ਸਮਝਣ ਵਾਸਤੇ ਸਾਨੂੰ
ਦੋ ਗੱਲਾਂ ਦਾ ਜਾਣੂ ਹੋਣਾ ਪਊਗਾ ਕਿ ਨੋਮੀਨਲ ਤੋਂ ਭਾਵ ਕੀ ਹੈ ਅਤੇ ਰੀਅਲ ਤੋਂ ਭਾਵ ਕੀ ਹੈ। ਨੋਮੀਨਲ ਦਾ ਮਤਲਬ ਹੈ ਨਾ ਮਾਤਰ, ਰੀਅਲ ਦਾ ਮਤਲਬ ਹੈ ਅਸਲੀ। ਕਿ ਜਿਹੜੀ ਸਾਡੀ ਕਾਰਜਪਾਲਕ ਹੈ ਉਹ ਦੋ ਪ੍ਰਕਾਰ ਦੀ ਹੈ, ਇੱਕ ਨਾਮ ਮਾਤਰ ਕਾਰਜਪਾਲਿਕਾ, ਇੱਕ ਸਾਡੀ ਅਸਲੀ ਕਾਰਜਪਾਲਿਕਾ। ਹੁਣ ਜਿਹੜਾ ਸਾਡਾ ਰਾਸ਼ਟਰਪਤੀ ਹੈ, ਰਾਸ਼ਟਰਪਤੀ ਸਾਡਾ ਕੀ ਹੈ, ਨਾਮ ਮਾਤਰ ਦੀ ਕਾਰਜਪਾਲਕ ਹੈ, ਅਤੇ ਜਿਹੜਾ ਸਾਡਾ ਪ੍ਰਾਈਮ ਮਿਨਿਸਟਰ ਹੈ ਇਹ ਸਾਡਾ ਅਸਲੀ ਕਾਰਜਪਾਲਿਕਾ ਦੇ ਰੂਪ 'ਚ ਆਉਂਦਾ ਹੈ। ਇੱਥੇ ਸਾਡੇ ਥੋੜ੍ਹੇ ਦੋ ਸ਼ਬਦ ਹੋਰ ਨੇ, ਡੀ ਜਿਊਰੀ ਅਤੇ ਡੀ ਫੈਕਟੋ। ਡੀ ਜਿਊਰੀ ਦਾ ਮਤਲਬ ਕੀ ਹੈ ਕਿ ਜਿਹੜਾ ਕੰਮ ਇੱਕ ਜੂਰੀ ਦੁਆਰਾ ਕੀਤਾ ਜਾਂਦਾ ਹੈ। ਜੂਰੀ ਤੋਂ ਭਾਵ ਇੱਥੇ ਅਸੀਂ ਆਪਣੇ ਰਾਸ਼ਟਰਪਤੀ ਤੋਂ ਲੈ ਸਕਦੇ ਹਾਂ। ਦੂਸਰਾ ਸਾਡੇ ਕੋਲ ਇਹ ਹੈ ਸ਼ਬਦ ਡੀ ਫੈਕਟੋ। ਡੀ ਫੈਕਟੋ ਦਾ ਮਤਲਬ ਜਿਹੜਾ ਕੰਮ ਫੈਕਚੁਅਲ ਤੌਰ 'ਤੇ ਅਸਲ ਦੇ ਵਿੱਚ ਕਰਦਾ ਕੌਣ ਹੈ, ਉਹ ਸਾਡਾ ਪ੍ਰਧਾਨ ਮੰਤਰੀ ਹੈ। ਇਸੇ ਕਰਕੇ ਦੋ ਸ਼ਬਦ ਅਸੀਂ ਆਪਣੇ ਦਿਮਾਗ ਦੇ ਵਿੱਚ ਰੱਖਣੇ ਨੇ ਕਿ ਡੀ ਫੈਕਟੋ ਤੋਂ ਕੀ ਭਾਵ ਹੈ, ਡੀ ਜਿਊਰੀ ਤੋਂ ਕੀ ਭਾਵ ਹੈ। ਕਿ ਜਿਹੜੇ ਫੈਸਲੇ ਇੱਕ ਜਿਊਰੀ ਦੁਆਰਾ ਲਏ ਜਾਂਦੇ ਨੇ ਉਹ ਜਿਹੜੇ ਹੈਗੇ ਨੇ ਉਹ ਰਾਸ਼ਟਰਪਤੀ ਸਾਡਾ ਇੱਥੇ ਆਪਾਂ ਲੈ ਸਕਦੇ ਹਾਂ। ਕਿ ਜਿਹੜੇ ਫੈਸਲੇ ਅਸਲ ਦੇ ਵਿੱਚ ਲਏ ਜਾਂਦੇ ਨੇ, ਜਿਹੜੇ ਅਸਲ ਦੇ ਵਿੱਚ ਲਾਗੂ ਕਰਨ ਵਾਲੇ ਬੰਦੇ ਕੌਣ ਨੇ, ਉਹ ਸਾਡਾ ਇੱਥੇ ਪ੍ਰਾਈਮ ਮਿਨਿਸਟਰ ਆਉਂਦਾ। ਬੇਸ਼ੱਕ ਸਾਡਾ ਭਾਰਤ ਦਾ ਆਪਾਂ ਦੇਖਦੇ ਹਾਂ ਕਿ ਪਹਿਲਾ ਨਾਗਰਿਕ ਹੈ ਜਿਹੜਾ ਸਾਡਾ ਰਾਸ਼ਟਰਪਤੀ ਹੁੰਦਾ, ਅਤੇ ਜਿਹੜਾ ਸਾਰਾ ਦੇਸ਼ ਦਾ ਸ਼ਾਸਨ ਆ ਉਹ ਰਾਸ਼ਟਰਪਤੀ ਦੇ ਨਾਮ 'ਤੇ ਹੀ ਚਲਾਇਆ ਜਾਂਦਾ। ਪਰੰਤੂ ਜਿਹੜੇ ਫੈਸਲੇ ਨੇ ਐਕਚੁਅਲ ਦੇ ਵਿੱਚ ਉਹ ਕੌਣ ਕਰਦਾ, ਸਾਡਾ ਪ੍ਰਾਈਮ ਮਿਨਿਸਟਰ ਕਰਦਾ ਹੈ ਆਪਣੀ ਕੌਂਸਲ ਆਫ ਮਿਨਿਸਟਰ ਦੀ ਹੈਲਪ ਨਾਲ। ਉਹਨਾਂ ਨਾਲ ਆਪਣਾ ਸਲਾਹ ਮਸ਼ਵਰਾ ਕਰਕੇ ਜਿੰਨੀਆਂ ਪੋਲਿਸੀਜ਼ ਵਗੈਰਾ ਬਣਦੀਆਂ ਨੇ ਉਹ ਸਾਡੀਆਂ ਪ੍ਰਾਈਮ ਮਿਨਿਸਟਰ ਲੈ ਕੇ ਆਉਂਦਾ। ਆਪਾਂ ਦੇਖਦੇ ਹਾਂ ਕਿ ਆਰਟੀਕਲ 74 ਦੇ ਵਿੱਚ ਇਹ ਕਿਹਾ ਗਿਆ ਕਿ ਇੱਕ ਕੌਂਸਲ ਆਫ ਮਿਨਿਸਟਰ ਦੀ ਸਹਾਇਤਾ ਨਾਲ ਇੱਕ ਪ੍ਰਾਈਮ ਮਿਨਿਸਟਰ ਦੀ ਚੋਣ ਕੀਤੀ ਜਾਊਗੀ, ਜਿਹਨੂੰ ਕੌਣ ਕਰੂਗਾ, ਰਾਸ਼ਟਰਪਤੀ ਕਰੂਗਾ। ਤਾਂ ਤੁਹਾਨੂੰ ਇਹ ਸਮਝ ਆ ਗਈ ਹੋਣੀ ਕਿ ਅਸਲੀ ਅਤੇ ਨਾਮਾਤਰ ਦੀ ਕਾਰਜਪਾਲਿਕਾ ਤੋਂ ਕੀ ਭਾਵ ਹੈ, ਡੀ ਜਿਊਰੀ ਅਤੇ ਡੀ ਫੈਕਟੋ ਸ਼ਬਦਾਂ ਦਾ ਅਰਥ ਕੀ ਹੈ। ਦੂਜਾ ਸਾਡੇ ਕੋਲ ਜਿਹੜਾ ਪੁਆਇੰਟ ਆ ਉਹ ਹੈ ਕਿ ਮੈਜੋਰਟੀ ਪਾਰਟੀ ਰੂਲ। ਲੋਕਤੰਤਰ ਦੇ ਵਿੱਚ ਇਹ ਹੈ ਕਿ ਜਦੋਂ ਸਾਡੀਆਂ ਚੋਣਾਂ ਹੁੰਦੀਆਂ ਨੇ, ਆਪਾਂ ਜੇ ਆਪਾਂ ਗੱਲ ਕਰੀਏ ਲੋਕ ਸਭਾ ਦੀ, ਕਿਉਂਕਿ ਸਾਡੀ ਰਾਜ ਸਭਾ ਉਹਦੇ ਵਿੱਚ ਤਾਂ ਆਪਾਂ ਕਹਿੰਦੇ ਕਿ ਇੰਟਰੈਕਟ ਵੋਟਿੰਗ ਹੁੰਦੀ ਹੈ, ਡਾਇਰੈਕਟ ਵੋਟਿੰਗ ਨਹੀਂ ਹੁੰਦੀ। ਪਰੰਤੂ ਜਿਹੜਾ ਸਾਡਾ ਲੋਅਰ ਹਾਊਸ ਹੈ, ਲੋਕ ਸਭਾ ਹੈ, ਉਹਦੇ ਵਿੱਚ ਜਿਹੜਾ ਨੇਤਾ ਉਹ ਕੌਣ ਚੁਣਿਆ ਜਾਂਦਾ ਕਿ ਜਿਹੜੀ ਪਾਰਟੀ ਨੂੰ ਬਹੁਮਤ ਹਾਸਲ ਹੁੰਦਾ ਉਹ ਇੱਕ ਐਬਸੋਲਿਊਟ ਮੈਜੋਰਟੀ ਰਾਹੀਂ। ਐਬਸੋਲਿਊਟ ਮੈਜੋਰਟੀ ਦਾ ਭਾਵ ਕੀ ਹੈ ਕਿ ਜਿੰਨਾ ਟੋਟਲ ਹੈ ਉਹਨੂੰ ਆਪਾਂ 2 'ਤੇ ਡਿਵਾਈਡ ਕਰ ਦਈਏ ਅਤੇ ਉਹਦੇ ਵਿੱਚ ਆਪਾਂ 1 ਪਲੱਸ ਕਰ ਦਈਏ, ਉਹਨੂੰ ਬੋਲਦੇ ਹਾਂ ਐਬਸੋਲਿਊਟ ਮੈਜੋਰਟੀ। ਤਾਂ ਸਾਡੇ ਵੀ ਪਾਰਲੀਮੈਂਟਰੀ ਫਾਰਮ ਦੇ ਵਿੱਚ ਕੀ ਹੁੰਦਾ ਕਿ ਮੈਜੋਰਟੀ ਪਾਰਟੀ ਦਾ ਰੂਲ ਹੁੰਦਾ ਕਿ ਜਿਹੜੀ ਪਾਰਟੀ ਬਹੁਮਤ ਰਾਹੀਂ ਜਿੱਤ ਕੇ ਮਤਲਬ ਲੋਕ ਸਭਾ ਦੇ ਵਿੱਚ ਆਉਂਦੀ ਹੈ, ਉਸ ਦੀ ਸਰਕਾਰ ਹੈ ਜਿਹੜੀ ਉਹ ਬਣਦੀ ਹੈ। ਅਤੇ ਜਿਹੜੇ ਪ੍ਰਧਾਨ ਮੰਤਰੀ ਹੈ ਉਹਨੂੰ ਜਿਹੜਾ ਸਾਡਾ ਰਾਸ਼ਟਰਪਤੀ ਹੈ ਉਹ ਅਪੁਆਇੰਟ ਕਰਦਾ ਹੈਗਾ, ਅਤੇ ਬਾਕੀ ਜਿਹੜੇ ਕੌਂਸਲ ਆਫ ਮਿਨਿਸਟਰਸ ਨੇ ਉਹਨਾਂ ਨੂੰ ਵੀ ਅਪੁਆਇੰਟ ਤਾਂ ਰਾਸ਼ਟਰਪਤੀ ਕਰਦਾ। ਪਰੰਤੂ ਉੱਥੇ ਸਲਾਹ ਕਿਹਦੀ ਲਈ ਜਾਂਦੀ ਹੈ, ਪ੍ਰਾਈਮ ਮਿਨਿਸਟਰ ਦੀ ਸਲਾਹ ਲਈ ਜਾਂਦੀ ਹੈ। ਤਾਂ ਇੱਥੇ ਵੀ ਡੀ ਜਿਊਰੀ ਅਤੇ ਡੀ ਫੈਕਟੋ ਸਾਨੂੰ ਸਮਝਣਾ ਚਾਹੀਦਾ ਕਿ ਜਿਹੜੇ ਬੰਦਿਆਂ ਦੀ ਲਿਸਟ ਬਣਾ ਕੇ ਜਿਹੜਾ ਸਾਡਾ ਪ੍ਰਧਾਨ ਮੰਤਰੀ ਆ ਉਹ ਰਾਸ਼ਟਰਪਤੀ ਨੂੰ ਦਿੰਦਾ, ਅਤੇ ਰਾਸ਼ਟਰਪਤੀ ਉਹਨਾਂ ਬੰਦਿਆਂ ਨੂੰ ਜਿਹੜਾ ਉਹਦੇ ਕੌਂਸਲ ਆਫ ਮਿਨਿਸਟਰ ਦੇ ਵਿੱਚ ਸ਼ਾਮਲ ਕਰਦਾ ਹੈ। ਇਹ ਨਹੀਂ ਹੈ ਕਿ ਰਾਸ਼ਟਰਪਤੀ ਆਪਣੀ ਮਰਜ਼ੀ ਨਾਲ ਕੋਈ ਲਿਸਟ ਫਾਈਨਲ ਕਰਦੇ ਕਿ ਪ੍ਰਧਾਨ ਮੰਤਰੀ ਤੁਸੀਂ ਹੋਵੋਗੇ ਅਤੇ ਤੁਹਾਡੇ ਨਾਲ ਇਹ ਬੰਦੇ ਕੰਮ ਕਰਨਗੇ। ਇਸ ਤਰ੍ਹਾਂ ਨਹੀਂ ਹੁੰਦਾ। ਮੈਜੋਰਟੀ ਪਾਰਟੀ ਰੂਲ ਤੋਂ ਭਾਵ ਇਹ ਹੈ ਕਿ ਜਿਹੜੀ ਆਪਾਂ ਕਹਿ ਸਕਦੇ ਹਾਂ ਪਾਰਟੀ ਹੈ ਚੋਣਾਂ ਦੇ ਵਿੱਚ ਬਹੁਮਤ ਹਾਸਲ ਕਰਕੇ ਲੋਅਰ ਹਾਊਸ ਦੇ ਵਿੱਚ ਆਉਂਦੀ ਹੈ, ਉਹਨਾਂ ਦਾ ਜਿਹੜਾ ਮੁਖੀ ਹੁੰਦਾ, ਜਿਹੜਾ ਨੇਤਾ ਹੁੰਦਾ, ਉਹਨੂੰ ਰਾਸ਼ਟਰਪਤੀ ਜਿਹੜਾ ਪ੍ਰਾਈਮ ਮਿਨਿਸਟਰ ਚੁਣ ਦਿੰਦਾ, ਅਤੇ ਜਿਹੜੇ ਕੌਂਸਲ ਆਫ ਮਿਨਿਸਟਰ ਨੇ ਉਹ ਪ੍ਰਾਈਮ ਮਿਨਿਸਟਰ ਦੀ ਸਹਾਇਤਾ ਨਾਲ ਜਿਹੜਾ ਸਾਡਾ ਰਾਸ਼ਟਰਪਤੀ ਹੈ ਉਹਨਾਂ ਦੀ ਚੋਣ ਕਰਦਾ। ਨੈਕਸਟ ਸਾਡੇ ਕੋਲ ਆ ਜਾਂਦਾ ਕਲੈਕਟਿਵ ਰਿਸਪੋਂਸੀਬਿਲਿਟੀ, ਜਿਹਨੂੰ ਅਸੀਂ ਬੋਲਦੇ ਹਾਂ ਸਮੂਹਿਕ ਜ਼ਿੰਮੇਵਾਰੀ। ਇਹਦੇ ਵਿੱਚ ਕੀ ਹੈ ਕਿ ਕਲੈਕਟਿਵ ਰਿਸਪੋਂਸੀਬਿਲਿਟੀ ਤੋਂ ਭਾਵ ਇਹ ਹੈ ਕਿ ਜਿਹੜਾ ਪੂਰੀ ਉਹ ਕੌਂਸਲ ਆਫ ਮਿਨਿਸਟਰ ਹੈ ਉਹ ਇੱਕ ਟੀਮ ਦੀ ਤਰ੍ਹਾਂ ਵਰਕ ਕਰਦੀ ਹੈ। ਟੀਮ ਦੀ ਤਰ੍ਹਾਂ ਦਾ ਭਾਵ ਇਹ ਹੈ ਕਿ ਜੇਕਰ ਨੋ ਕੌਨਫੀਡੈਂਸ ਮੋਸ਼ਨ ਪਾਸ ਹੋ ਜਾਂਦਾ ਜਾਂ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਦੀ ਮੈਜੋਰਟੀ ਹੈ ਜਿਹੜੀ ਮੈਜੋਰਟੀ ਖਤਮ ਹੋ ਜਾਂਦੀ ਹੈ, ਤਾਂ ਜੇਕਰ ਸਰਕਾਰ ਡਿੱਗਦੀ ਹੈ ਲੋਕਤੰਤਰ ਦੇ ਵਿੱਚ, ਆਪਾਂ ਕਹਿ ਸਕਦੇ ਹਾਂ ਕਿ ਸਰਕਾਰ ਡਿੱਗ ਪਈ। ਆਪਾਂ ਦੇਖਿਆ ਕਿ 13 ਦਿਨਾਂ ਦੀ ਸਰਕਾਰ ਵੀ ਭਾਰਤ ਦੇ ਵਿੱਚ ਰਹੀ ਹੈ ਅਟਲ ਬਿਹਾਰੀ ਵਾਜਪਾਈ ਦੇ ਸਮੇਂ। ਜਾਂ ਆਪਾਂ ਵੈਸੇ ਦੇਖਦੇ ਹਾਂ ਕਿ ਪਿੱਛੇ ਜੇ ਹੁਣ ਦੇਖਿਆ ਆਪਾਂ ਨੇ ਮਹਾਰਾਸ਼ਟਰ ਦੇ ਵਿੱਚ ਕਿ ਰਾਸ਼ਟਰਪਤੀ ਰਾਜ ਰਾਹੀਂ ਲਾਗੂ ਕਰ ਦੇਣਾ। ਤਾਂ ਉਹ ਇਹੀ ਮਤਲਬ ਉਹਦਾ ਇਹੀ ਹੈ ਸਮੂਹਿਕ ਜ਼ਿੰਮੇਵਾਰੀ ਦਾ ਕਿ ਜੇਕਰ ਲੋਕ ਸਭਾ ਦੇ ਵਿੱਚ ਨੋ ਕੌਨਫੀਡੈਂਸ ਮੋਸ਼ਨ ਹੈ ਜਿਹੜਾ ਉਹ ਪਾਸ ਹੋ ਜਾਂਦਾ ਤਾਂ ਉਹਦੇ ਵਿੱਚ ਸਾਰੇ ਬੰਦਿਆਂ ਨੂੰ, ਸਾਰੇ ਮੰਤਰੀਆਂ ਨੂੰ ਜਿਹੜਾ ਕੀ ਹੈ ਉਹ ਅਸਤੀਫਾ ਦੇਣਾ ਪਊਗਾ। ਇਹ ਨਹੀਂ ਹੈ ਕਿ ਕੋਈ ਇੰਡੀਵਿਜੂਅਲ ਪਰਸਨ ਦੇ ਅਸਤੀਫਾ ਦੇਣ ਨਾਲ ਗੱਲ ਨਿਬੜ ਜੂਗੀ। ਮਤਲਬ ਇਹ ਹੈ ਕਿ ਜੇ ਪਾਰਟੀ ਦੇ ਵਿਰੁੱਧ ਨੋ ਕੌਨਫੀਡੈਂਸ ਮਤਲਬ ਮਤਾ ਪਾਸ ਹੋ ਗਿਆ ਤਾਂ ਜੇ ਪ੍ਰਧਾਨ ਮੰਤਰੀ ਜਾਊਗਾ ਤਾਂ ਨਾਲ ਉਹਦੀ ਪੂਰੀ ਜਿਹੜੀ ਟੀਮ ਹੈ ਉਹ ਵੀ ਜਾਊਗੀ। ਬਾਕੀ ਬੰਦੇ ਇਹ ਨਹੀਂ ਕਹਿ ਸਕਦੇ ਕਿ ਚਲੋ ਤੁਸੀਂ ਇਕੱਲੇ ਪ੍ਰਧਾਨ ਮੰਤਰੀ ਨੂੰ ਡਿਜ਼ੋਲਵ ਕਰ ਦਿਓ, ਅਸੀਂ ਨਵਾਂ ਬੰਦਾ ਸਾਡੇ ਵਾਸਤੇ ਚੁਣ ਦਿਓ ਅਤੇ ਅਸੀਂ ਸਰਕਾਰ ਚਲਾਵਾਂਗੇ। ਇਸ ਤਰ੍ਹਾਂ ਨਹੀਂ ਹੁੰਦਾ। ਤਾਂ ਉਹ ਪੂਰੀ ਜਿਹੜੀ ਸਰਕਾਰ ਉਹ ਡਿੱਗੂਗੀ।
ਜਿਵੇਂ ਮੈਂ ਤੁਹਾਨੂੰ ਪਹਿਲਾਂ ਕਹਿ ਚੁੱਕਿਆ ਕਿ ਆਪਾਂ ਦੇਖਿਆ ਕਿ 13 ਦਿਨਾਂ ਦੀ ਸਰਕਾਰ ਵੀ ਭਾਰਤ ਦੇ ਵਿੱਚ ਰਹੀ ਹੈ, ਤਾਂ ਉਹਦਾ ਮਕਸਦ ਇਹੀ ਹੈ ਕਿ ਕਲੈਕਟਿਵ ਰਿਸਪੌਂਸੀਬਿਲਟੀ ਨਾਲ ਜਿਹੜੀ ਸਰਕਾਰ ਆ ਉਹ ਡਿੱਗਦੀ ਹੈ ਤਾਂ ਸਾਰੇ ਮੰਤਰੀ ਨੂੰ ਉੱਥੇ ਅਸਤੀਫਾ ਦੇਣਾ ਪੈਂਦਾ। ਇਸ ਤੋਂ ਬਾਅਦ ਸਾਡੇ ਕੋਲ ਆਉਂਦਾ ਪੋਲੀਟੀਕਲ ਹੋਮੋਜੈਨਿਟੀ। ਪੋਲੀਟੀਕਲ ਹੋਮੋਜੈਨਿਟੀ ਦਾ ਮਤਲਬ ਕੀ ਹੈ ਕਿ ਇੱਕ ਵਿਚਾਰਧਾਰਾ ਨਾਲ ਜੁੜੇ ਹੋਏ ਵਿਅਕਤੀਆਂ ਦਾ ਸਮੂਹ। ਹੁਣ ਜਿਹੜੀ ਭਾਜਪਾ ਹੈ ਉਹਦੀ ਵਿਉਂਤਬੰਦੀ ਜਾਂ ਉਹਦੀ ਵਿਚਾਰਧਾਰਾ ਵੱਖਰੀ ਹੈ, ਜਿਹੜੀ ਕਾਂਗਰਸ ਹੈ ਉਹਦੀ ਵਿਚਾਰਧਾਰਾ ਵੱਖਰੀ ਹੈ, CPI ਦੀ ਵਿਚਾਰਧਾਰਾ ਵੱਖਰੀ ਹੈ, BSP ਦੀ ਵਿਚਾਰਧਾਰਾ ਵੱਖਰੀ ਹੈ। ਕਹਿਣ ਤੋਂ ਭਾਵ ਇਹ ਹੈ ਕਿ ਇੱਕ ਆਈਡੀਓਲੋਜੀ ਕੰਮ ਕਰਦੀ ਹੈ ਕਿਸੇ ਪਾਰਟੀ ਦੇ ਪਿੱਛੇ। ਜਦੋਂ CPI ਦੀ ਗੱਲ ਕਰਦੇ ਹਾਂ ਤਾਂ ਉੱਥੇ ਦੇਖਦੇ ਹਾਂ ਕਿ ਜਿਹੜੇ ਮਾਰਕਸਵਾਦੀ ਵਿਚਾਰ ਨੇ ਉਹ ਕਾਰਜ ਕਰ ਰਹੇ ਨੇ, ਕਾਂਗਰਸ ਦੇ ਵਿੱਚ ਜਿਹੜੀ ਸਾਡੀਆਂ ਉਦਾਰਵਾਦੀ ਨੀਤੀਆਂ ਨੇ ਉਹ ਕਾਰਜ ਕਰ ਰਹੀਆਂ ਨੇ। ਤਾਂ ਇੱਥੇ ਦੇਖਣਾ ਇਹ ਹੈ ਕਿ ਜਿਹੜੇ ਵਿਚਾਰਧਾਰਾ ਨੂੰ ਉਹ ਫੋਲੋ ਕਰ ਰਹੇ ਨੇ ਤਾਂ ਕਰਕੇ ਉਹ ਸਰਕਾਰ ਚੱਲੂਗੀ। ਮੰਨ ਲਓ ਜੇ ਆਪਾਂ 10 ਬੰਦੇ ਇਕੱਠੇ ਕਰ ਲੈਂਦੇ ਹਾਂ ਅਤੇ ਸਾਰਿਆਂ ਦੇ ਵਿਚਾਰ ਨਹੀਂ ਮਿਲ ਰਹੇ, ਕੋਈ ਬੰਦਾ ਆਧਾਰਵਾਦੀ ਵਿਚਾਰਾਂ ਦਾ, ਕੋਈ ਬੰਦਾ ਮਾਰਕਸਵਾਦੀ ਵਿਚਾਰਾਂ ਦਾ, ਕੋਈ ਬੰਦਾ ਗਾਂਧੀਵਾਦੀ ਵਿਚਾਰਾਂ ਦਾ, ਤਾਂ ਉਹਨਾਂ ਦੇ ਵਿੱਚ ਕੀ ਹੋਊਗੀ, ਕਦੇ ਵੀ ਏਕਤਾ ਨਹੀਂ ਹੋਊਗੀ। ਤਾਂ ਜਿਹੜਾ ਅਸੀਂ ਫੈਸਲਾ ਲੈਣਾ ਹੋਊਗਾ ਤਾਂ ਉੱਥੇ ਹਮੇਸ਼ਾ ਕੀ ਹੋਊਗੀ, ਦਿੱਕਤ ਆਊਗੀ। ਤਾਂ ਇਸੇ ਕਰਕੇ ਕੀ ਹੈ, ਇਹ ਜਿਹੜੀ ਸਾਡੀ ਪਾਰਲੀਮੈਂਟਰੀ ਫਾਰਮ ਆਫ ਗੌਰਮੈਂਟ ਆ ਉਹਦੀ ਇੱਕ ਵਿਸ਼ੇਸ਼ਤਾ ਇਹ ਹੈ ਕਿ ਉਹਦੇ ਵਿੱਚ ਪੋਲੀਟੀਕਲ ਹੋਮੋਜੈਨਿਟੀ ਹੁੰਦੀ ਹੈ ਕਿ ਇੱਕ ਵਿਚਾਰਧਾਰਾ ਨਾਲ ਜੁੜੇ ਹੋਏ ਲੋਕ ਨੇ ਜਿਹੜੇ ਉਹ ਆਪਣੀ ਸਰਕਾਰ ਬਣਾਉਂਦੇ ਨੇ ਅਤੇ ਬਾਅਦ ਦੇ ਵਿੱਚ ਫੈਸਲਾ ਲੈਣ ਦੇ ਵਿੱਚ ਜਾਂ ਕੋਈ ਕਾਨੂੰਨ ਬਣਾਉਣ ਦੇ ਵਿੱਚ ਉਹਨਾਂ ਨੂੰ ਦਿੱਕਤ ਨਾ ਆਵੇ। ਇਸ ਤੋਂ ਬਾਅਦ ਸਾਡੇ ਕੋਲ ਇਹ ਹੈ ਡਬਲ ਮੈਂਬਰਸ਼ਿਪ। ਡਬਲ ਮੈਂਬਰਸ਼ਿਪ ਤੋਂ ਭਾਵ ਇਹ ਹੈ ਕਿ ਮੰਨ ਲਓ ਕੋਈ ਬੰਦਾ, ਕੋਈ ਵਿਅਕਤੀ ਹੈ ਜਿਹੜਾ ਉਹ ਚੋਣਾਂ ਰਾਹੀਂ ਜਿੱਤ ਕੇ ਕਿਸੇ ਸਦਨ ਦੇ ਵਿੱਚ ਨਹੀਂ ਗਿਆ, ਤਾਂ ਉਹਨੂੰ ਕੀ ਹੈਗਾ 6 ਮਹੀਨਿਆਂ ਦੇ ਵਿੱਚ ਕਿਸੇ ਨਾ ਕਿਸੇ ਸੀਟ ਦੇ ਉੱਤੋਂ ਨੇਤਾ ਬਣ ਕੇ, ਜਾਂ ਆਪਾਂ ਕਹਿ ਸਕਦੇ ਕਿ ਮੰਤਰੀ ਬਣ ਕੇ ਉੱਥੇ ਲੋਕ ਸਭਾ ਦੇ ਵਿੱਚ ਜਾਣਾ ਪਊਗਾ। The ministers are members of both the legislature and executive. This means that a person cannot be a minister without being a member of parliament. ਕਿ ਕੋਈ ਵੀ ਵਿਅਕਤੀ ਜੇਕਰ ਮੈਂਬਰ ਆਫ ਪਾਰਲੀਮੈਂਟ ਨਹੀਂ ਹੈ ਤਾਂ ਕਿਸੇ ਤਰ੍ਹਾਂ ਦਾ ਜਿਹੜਾ ਮੰਤਰੀ ਪਦ ਹੈ ਜਾਂ ਮੰਤਰੀ ਦਾ ਅਹੁਦਾ ਹੈ ਉਹ ਪ੍ਰਾਪਤ ਨਹੀਂ ਕਰ ਸਕਦਾ। ਤਾਂ ਜਿਹੜਾ ਸਾਡਾ ਕੌਨਸਟੀਟਿਊਸ਼ਨ ਹੈ ਉਹ ਸਟਿਪੂਲੇਟ ਕਰਦਾ ਇਸ ਤਰ੍ਹਾਂ ਦੇ ਮਿਨਿਸਟਰ ਨੂੰ ਕਿ ਜੇਕਰ ਉਹ ਮੈਂਬਰ ਨਹੀਂ ਹੈ ਕਿਸੇ ਪਾਰਲੀਮੈਂਟ ਦਾ ਤਾਂ ਉਹ 6 ਮਹੀਨਿਆਂ ਦੇ ਵਿੱਚ ਕੀ ਹੈ, ਕਿਸੇ ਨਾ ਕਿਸੇ ਆਪਾਂ ਕਹਿੰਦੇ ਸੀਟ ਤੋਂ ਜਿੱਤ ਕੇ ਉਹਨੂੰ ਆਉਣਾ ਪਊਗਾ। ਡਬਲ ਮੈਂਬਰਸ਼ਿਪ ਦਾ ਕੰਸੈਪਟ ਇਹ ਹੈ। ਇਸ ਤੋਂ ਬਾਅਦ ਲੀਡਰਸ਼ਿਪ ਆਫ ਦਾ ਪ੍ਰਾਈਮ ਮਿਨਿਸਟਰ। ਜਦੋਂ ਆਪਾਂ ਗੱਲ ਕੀਤੀ ਕਿ ਜਿਹੜੀ ਪਾਰਲੀਮੈਂਟਰੀ ਫਾਰਮ ਆ ਉਹਦੀ ਇੱਕ ਕਿਸਮ ਦੇ ਵਿੱਚ ਇਹ ਵਿਸ਼ੇਸ਼ਤਾ ਹੈ ਕਿ ਉਹਦੇ ਵਿੱਚ ਇੱਕ ਪੋਲੀਟੀਕਲ ਹੋਮੋਜੈਨਿਟੀ ਹੈ, ਇੱਕ ਵਿਚਾਰਧਾਰਾ, ਇੱਕ ਆਈਡੀਓਲੋਜੀ ਵਾਲੇ ਜਿਹੜੇ ਲੋਕ ਨੇ ਉਹਨਾਂ ਦਾ ਇੱਕ ਇਕੱਠ ਹੈ, ਜਿਹੜਾ ਉਹ ਪਾਰਟੀ ਹੈ ਬਹੁਮਤ ਰਾਹੀਂ ਚੁਣ ਕੇ ਸਰਕਾਰ ਬਣਾਉਂਦੀ ਹੈ। ਤਾਂ ਜਿਹੜਾ ਉਹਦਾ ਲੀਡਰ ਹੋਊਗਾ ਉਹ ਵੀ ਇੱਕ ਉਹਨਾਂ ਦੀ ਸਰਬਸੰਮਤੀ ਨਾਲ ਚੁਣਿਆ ਹੋਇਆ ਵਿਅਕਤੀ ਹੀ ਹੋਊਗਾ, ਅਤੇ ਉਹ ਵਿਅਕਤੀ ਹੈ ਜਿਹੜਾ ਉਹ ਸਿਰਫ ਕਾਊਂਸਲ ਆਫ ਮਿਨਿਸਟਰ ਦਾ ਲੀਡਰ ਨਹੀਂ ਹੋਊਗਾ, ਉਹ ਜਿਹੜੀ ਸਾਡੀ ਪਾਰਲੀਮੈਂਟ ਆ ਉਹਦਾ ਲੀਡਰ ਵੀ ਹੋਊਗਾ, ਅਤੇ ਜਿਹੜੀ ਪਾਰਟੀ 'ਤੇ ਪਾਵਰ ਕਰ ਰਹੀ ਹੈ ਉਹਦਾ ਮੁਖੀ ਵੀ ਹੋਊਗਾ। ਅਤੇ ਜਿੰਨੇ ਆਪਾਂ ਕਹਿ ਸਕਦੇ ਹਾਂ ਗੌਰਮੈਂਟ ਦੇ ਕੰਮ ਕਰਨ ਨੇ, ਫੰਕਸ਼ਨ ਨੇ ਜਿੰਨੇ, ਉਹਨਾਂ ਦੀ ਜਿਹੜੀ ਆਪਾਂ ਕਹਿ ਸਕਦੇ ਉਹਨਾਂ ਨੂੰ ਰਿਕਮੈਂਡ ਕੌਣ ਕਰੂਗਾ, ਉਹ ਪ੍ਰਧਾਨ ਮੰਤਰੀ ਹੀ ਕਰੂਗਾ, ਜਿਹੜਾ ਉਹਦਾ ਸਭ ਮੁਖੀ ਹੋਊਗਾ ਕਿਸੇ ਪਾਰਟੀ ਦਾ। ਇਸ ਤੋਂ ਬਾਅਦ ਡੈਜੂਲੇਸ਼ਨ ਆਫ ਦਾ ਲੋਅਰ ਹਾਊਸ। ਡੈਜੂਲੇਸ਼ਨ ਦਾ ਭਾਵ ਇਹ ਹੈ ਕਿ ਜੇਕਰ the lower house of the parliament can be dissolved by the president on recommendation of the prime minister and hold fresh elections। ਕਿ ਜੇਕਰ ਰਾਸ਼ਟਰਪਤੀ ਨੂੰ ਲੱਗਦਾ ਹੈ ਕਿ ਕਿਸੇ ਪਾਰਟੀ ਕੋਲੇ ਬਹੁਮਤ ਪ੍ਰਾਪਤ ਨਹੀਂ ਹੈ ਤਾਂ ਉਹਦੇ ਵਿਰੁੱਧ ਲੋਕ ਸਭਾ ਦੇ ਵਿੱਚ ਇੱਕ ਮਤਾ ਪਾਸ ਹੋ ਗਿਆ, ਨੋ ਕੌਨਫੀਡੈਂਸ ਮੋਸ਼ਨ ਪਾਸ ਹੋ ਗਿਆ, ਤਾਂ ਇਸ ਤੋਂ ਬਾਅਦ ਕੀ ਹੈ ਉਹ ਸਰਕਾਰ ਡਿੱਗ ਪਊਗੀ, ਸਰਕਾਰ ਮਤਲਬ ਆਪਦੀ ਹੋਂਦ ਦੇ ਵਿੱਚ ਨਹੀਂ ਰਹੂਗੀ, ਤਾਂ ਰਾਸ਼ਟਰਪਤੀ ਨੂੰ ਡਿਜ਼ੋਲਵ ਕਰ ਸਕਦਾ ਹੈ, ਅਤੇ ਇਸ ਤੋਂ ਬਾਅਦ ਕੀ ਨੇ ਫਰੈਸ਼ ਇਲੈਕਸ਼ਨ ਨੇ ਜਿਹੜੀਆਂ ਉਹ ਹੋ ਸਕਦੀਆਂ ਨੇ। This means that the executive enjoy the right to get the legislature dissolved in the parliament system। ਇਹ ਤੋਂ ਭਾਵ ਇਹ ਹੈ ਕਿ ਜਿੰਨਾ ਚਿਰ ਕਿਸੇ ਪਾਰਟੀ ਕੋਲੇ ਮੈਜੋਰਟੀ ਹੈ ਉਹਨਾਂ ਚਿਰ ਹੀ ਉਹ ਲੋਕ ਸਭਾ ਦੇ ਵਿੱਚ ਟਿਕ ਸਕਦੀ ਹੈ, ਜਦੋਂ ਉਹਦੀ ਮੈਜੋਰਟੀ ਖਤਮ ਹੋ ਗਈ ਤਾਂ ਉਹ ਆਪਣੇ ਆਪ ਕੀ ਹੈ ਲੋਅਰ ਹਾਊਸ ਦੇ ਵਿੱਚ ਡਿਜ਼ੋਲਵ ਹੋ ਜੂਗੀ। ਨੈਕਸਟ ਸਾਡੇ ਕੋਲ ਜਿਹੜਾ ਪੁਆਇੰਟ ਉਹ ਹੈ ਸੀਕ੍ਰੇਸੀ। The minister operate the principle of secrecy of procedure and cannot divulge information about their proceedings, policies and decisions। ਕਿ ਜਿਹੜੇ ਸਾਡੇ ਮੰਤਰੀ ਨੇ ਜਦੋਂ ਤੋਂ ਚੁਣ ਕੇ ਗਏ, ਆਪਾਂ ਗੱਲ ਕੀਤੀ ਕਿ ਐਬਸੋਲਿਊਟ ਮੈਜੋਰਟੀ ਨਾਲ ਜਿਹੜੀ ਸਰਕਾਰ ਆ ਉਹ ਬਣਦੀ ਹੈ, ਉੱਥੇ ਚੁਣਨ ਤੋਂ ਬਾਅਦ ਹਰ ਇੱਕ ਮੰਤਰੀ ਨੂੰ ਇੱਕ ਜਿਹੜੀ ਸੀਕ੍ਰੇਸੀ ਦੀ, ਗੁਪਤਤਾ ਦੀ ਜਿਹੜੀ ਸਹੁੰ ਹੈ ਉਹ ਚੁੱਕਣੀ ਪੈਂਦੀ ਹੈ ਕਿ ਜਿੰਨੀਆਂ ਵੀ ਉੱਥੇ ਪ੍ਰੋਸੀਡਿੰਗਸ ਹੋਣਗੀਆਂ, ਜਿਹੜੀਆਂ ਵੀ ਪੋਲਿਸੀਜ਼ ਬਣਨਗੀਆਂ, ਤਾਂ ਜਿਹੜੀਆਂ ਵੀ ਡਿਸੀਜਨ ਲਏ ਜਾਣਗੇ ਉਹਨਾਂ ਨੂੰ ਕੀ ਰੱਖਣਾ ਹੋਊਗਾ, ਗੁਪਤ ਰੱਖਣਾ ਹੋਊਗਾ। ਇਹ ਨਹੀਂ ਹੈ ਕਿ ਆਪਾਂ ਕੋਈ ਪੋਲਿਸੀ ਬਣੀ ਨਹੀਂ, ਇਸ ਤੋਂ ਪਹਿਲਾਂ ਹੀ ਉਹਦੀ ਲੀਕੇਜ ਹੋ ਜਾਂਦੀ ਹੈ, ਜਾਂ ਕੋਈ ਅਜੇ ਫੈਸਲਾ ਆਇਆ ਨਹੀਂ ਇਸ ਤੋਂ ਪਹਿਲਾਂ ਹੀ ਉਹਦੇ ਬਾਰੇ ਜਿਹੜੀ ਚਰਚਾ ਹੋ ਜਾਂਦੀ ਹੈ। ਤਾਂ ਇਹ ਸਾਰੀਆਂ ਗੱਲਾਂ ਪ੍ਰਤੀ ਜਿਹੜਾ ਸਾਡਾ ਇੱਕ ਆਫਿਸ ਹੈ
ਇੱਕ ਆਫਿਸ ਦੇ ਅੱਗੇ ਕੀ ਆ ਉਹ ਆਪਣੀ ਜਿਹੜੀ ਗੁਪਤਤਾ ਦੀ ਆ ਉਹ ਸਹੁੰ ਚੁੱਕਣਗੇ, ਅਤੇ ਜਿਹੜੇ ਸਾਰੇ ਮੰਤਰੀ ਨੇ ਉਹਨਾਂ ਨੂੰ ਜਿਹੜਾ ਸਹੁੰ ਹੈ ਜਿਹੜਾ ਪ੍ਰੈਜ਼ੀਡੈਂਟ ਹੈ ਉਹ ਚੁਕਵਾਊਗਾ ਜਿਹੜਾ ਸਾਡਾ। ਸੋ ਦੋਸਤੋ ਇਹ ਸੀ ਆਪਣਾ ਪਾਰਲੀਮੈਂਟਰੀ ਫਾਰਮ ਆਫ ਗੌਰਮੈਂਟ ਦੀ ਜਿਹੜੀ ਵੀਡੀਓ। ਉਮੀਦ ਕਰਦਾ ਕਿ ਤੁਸੀਂ ਇਸ ਵੀਡੀਓ ਤੋਂ ਬਹੁਤ ਕੁਝ ਸਿੱਖੋਗੇ, ਅਤੇ ਤੁਸੀਂ ਆਪਣਾ ਜਿਹੜਾ ਇਹ ਚੈਨਲ ਹੈ ਇਹਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਅਤੇ ਸ਼ੇਅਰ ਵੀ ਜ਼ਰੂਰ ਕਰੋ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੈ। ਕਿਸੇ ਦੇ ਕੋਈ ਪ੍ਰੈਸ਼ਰ ਨਹੀਂ ਹੈ ਕਿ ਤੁਸੀਂ ਸ਼ੇਅਰ ਕਰਨੀ ਹੈ। ਜੇਕਰ ਤੁਹਾਨੂੰ ਲੱਗਦਾ ਕਿ ਇਸ ਵੀਡੀਓ ਦੇ ਵਿੱਚ ਤੁਹਾਡੇ ਸਿੱਖਣ ਯੋਗ ਕੋਈ ਚੀਜ਼ ਹੈ ਤਾਂ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰੋ, ਅਦਰਵਾਇਜ਼ ਤੁਸੀਂ ਇਸ ਗੱਲ ਨੂੰ ਨੈਗਲੈਕਟ ਵੀ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ।